ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸਿਆਸਤਦਾਨ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਅੱਜ ਜਦੋਂ ਅਸੀਂ ਪੰਜਾਬ ਦੀ ਸਥਿਤੀ ਦੇਖਦੇ ਹਾਂ, ਸਿਆਸੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਖਲਾਅ ਮਚਿਆ ਹੋਇਆ, ਕਿਸਾਨੀ ਅੰਦੋਲਨ ਇੱਕ ਪਾਸੇ ਹੈ, ਪਰ ਪੰਜਾਬ ਦੇ ਸਿਆਸੀ ਹਾਲਾਤ ਜਿਹੜੇ ਨੇ ਉਹਨਾਂ ਤੇ ਚਰਚਾ ਕਰਨੀ ਬਣਦੀ ਹੈ। ਕਿਉਂਕਿ ਜਦੋਂ ਕਿਸਾਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਪਾਰਟੀ ਬਣਾ ਕੇ, ਤੁਸੀਂ ਆਪਣੀ ਸਿਆਸੀ ਧਿਰ ਬਣਾ ਕੇ ਚੋਣਾਂ ਦੇ ਪਿੜ ਵਿੱਚ ਕੁੱਦੋ, ਤਾਂ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਅਸੀਂ ਸਿਰਫ ਖੇਤੀ ਕਾਨੂੰਨ ਰੱਦ ਕਰਵਾਉਣੇ ਨੇ। ਸਾਡਾ ਮਸਲਾ ਖੇਤੀ ਕਾਨੂੰਨਾਂ ਤੱਕ ਹੈ। ਸਿਆਸੀ ਜਿਹੜੀ ਬਦਲ ਲੋਕ ਚਾਹੁੰਦੇ ਨੇ, ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕੀਤਾ ਜਾਵੇਗਾ। ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਚਰਚਾਵਾਂ ਨੇ। ਪਰ ਇੱਕ ਹੋਰ ਮੰਗ ਜਿਹੜੀ ਪੰਜਾਬ ਦੇ ਵਿੱਚ ਉੱਠਦੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਆਪਣੀ ਇੱਕ ਪਾਰਟੀ ਹੋਣੀ ਚਾਹੀਦੀ ਹੈ, ਪੰਜਾਬ ਸੈਂਟਰਿਕ ਪਾਰਟੀ ਹੋਣੀ ਚਾਹੀਦੀ ਹੈ, ਖੇਤਰੀ ਪਾਰਟੀ ਹੋਣੀ ਚਾਹੀਦੀ ਹੈ। ਇਹਦੇ ਵਿਚਾਲੇ ਜਿਹੜੀ ਕਾਂਗਰਸ ਦੀ ਖਾਨਾ ਚੰਗੀ ਆ, ਉਹ ਵੀ ਚਰਚਾ ਦਾ ਵਿਸ਼ਾ ਆ। ਉਹ ਵੀ ਖਬਰਾਂ ਟੌਪਦੀਆਂ ਦੇ ਵਿੱਚ ਅਸੀਂ ਵਿਚਾਰਾਂਗੇ ਕਿ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਸ਼ਾਂਤ ਹੋਏ, ਆਮ ਆਦਮੀ ਪਾਰਟੀ ਤੇ ਹਮਲਾਵਰ ਕਿਸ ਤਰ੍ਹਾਂ ਹੋਏ, ਦਿੱਲੀ ਸਰਕਾਰ ਨੂੰ ਕਿਉਂ ਘੇਰ ਰਹੇ ਨੇ, ਬੇਅਦਬੀ ਵਾਲੇ ਮਸਲਿਆਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਇੱਕ ਵੀਡੀਓ ਵਾਇਰਲ ਕਰਕੇ ਆਪਣਾ ਸਟੈਂਡ ਸਪਸ਼ਟ ਕਰਦੇ ਨੇ। ਪਰ ਕੀ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਬੋਲਣ ਨਾਲ ਹੀ ਇਨਸਾਫ ਮਿਲੇਗਾ? ਇਸ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਹੋਰ ਵੀ ਖਬਰਾਂ ਨਾਲੋਂ ਨਾਲ ਹੋਣਗੀਆਂ, ਜਿਵੇਂ ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਇੱਕ ਪ੍ਰਦਰਸ਼ਨ, ਇੱਕ ਰੋਸ, ਇੱਕ ਵਿਰੋਧ ਇਹੋ ਜਿਹਾ ਜਿਹੜਾ ਸਾਰੀ ਰਾਤ ਚੱਲਦਾ ਰਿਹਾ ਤੇ ਤੜਕਸਾਰ ਸਵੇਰੇ ਜਿਹੜਾ ਪੁਲਿਸ ਨੂੰ ਕਾਰਵਾਈ ਕਰਨੀ ਪਈ। ਹਾਈ ਕੋਰਟ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ। ਰਾਜਪੁਰੇ ਚ ਬੀਜੇਪੀ ਦੇ ਆਗੂਆਂ ਨੂੰ ਘੇਰਿਆ ਗਿਆ ਸੀ। ਹਰਜੀਤ ਗਰੇਵਾਲ ਅੱਜ ਵੀ ਉਹੀ ਬਿਆਨਬਾਜ਼ੀ ਕਰ ਰਹੇ ਨੇ ਕਿ ਕਿਸਾਨ ਮੈਨੂੰ ਰੋਕ ਕੇ ਦਿਖਾਉਣ, ਮੈਂ ਇਸੇ ਤਰ੍ਹਾਂ ਲੋਕਾਂ ਦੇ ਵਿੱਚ ਵਿਚਰਾਂਗਾ। ਇਹ ਵੀ ਇੱਕ ਵੱਡਾ ਬਿਆਨ ਜਿਹੜਾ ਉਹ ਕਿਸਾਨਾਂ ਦੇ ਅੰਦੋਲਨ ਦੇ ਦੌਰਾਨ ਅਹਿਮੀਅਤ ਰੱਖਦਾ ਹੈ ਕਿ ਜਦੋਂ ਕਿਸਾਨ ਆਪਣੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨ ਕਰਦੇ ਨੇ ਤਾਂ ਬੀਜੇਪੀ ਵੱਲੋਂ ਉਕਸਾਊ ਬਿਆਨਬਾਜ਼ੀ ਤਾਂ ਨਹੀਂ, ਜਦੋਂ ਬੀਜੇਪੀ ਇਹ ਗੱਲ ਕਹਿੰਦੀ ਕਿ ਸਾਡਾ ਵੀ ਹੱਕ ਹੈ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਲੋਕਰਾਣ ਚੈਨਲ ਪੰਜਾਬੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਦੋਂ ਕਿਸਾਨ ਬੀਜੇਪੀ ਲੀਡਰਾਂ ਨੂੰ ਘੇਰਦੇ ਨੇ, ਘਿਰਾਓ ਵੀ ਇਸ ਤਰੀਕੇ ਦਾ ਕਿ ਉਹਨਾਂ ਨੂੰ ਘਰਾਂ ਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ, ਬਿਜਲੀ ਕੱਟ ਦਿੱਤੀ ਜਾਂਦੀ ਹੈ, ਜੋ ਕੁਝ ਰਾਜਪੁਰੇ ਹੋਇਆ ਹਾਈ ਕੋਰਟ ਤੱਕ ਮਾਮਲਾ ਪਹੁੰਚਿਆ ਸੀ। ਸੁਖਵਿੰਦਰ ਜੀ, ਜਿੱਥੋਂ ਤੱਕ ਤਾਂ ਉਹਨਾਂ ਦੇ ਰੋਸ ਦਾ ਸੰਬੰਧ ਹੈ ਕਿਸਾਨਾਂ ਦੀ, ਇਹ ਆਪਾਂ ਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਇਸ ਵੇਲੇ ਲਗਭਗ 7 ਮਹੀਨਿਆਂ ਤੋਂ ਜਿਹੜੇ ਨੇ ਕਿਸਾਨ ਸੜਕਾਂ ਤੇ ਨੇ, ਸੰਘਰਸ਼ ਕਰ ਰਹੇ ਨੇ, ਔਰ ਲਗਭਗ 550 ਤੋਂ ਜਿਹੜੇ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਨੇ, ਮਰ ਚੁੱਕੇ ਨੇ। ਤੁਹਾਨੂੰ ਵੀ ਯਾਦ ਹੋਏਗਾ ਕਿ ਚਾਹੇ ਉਹ ਗਰਮੀ ਦੀਆਂ ਹੱਦਾਂ ਤੋੜਤੀਆਂ, ਗਰਮੀ ਇੰਨੀ ਪਈ ਹੈ ਇਸ ਵਾਰੀ, ਇਸ ਤੋਂ ਪਹਿਲਾਂ ਸਰਦੀ ਦੇ ਵਿੱਚ, ਚਾਹੇ ਉਹ ਬਰਸਾਤ ਦੇ ਵਿੱਚ, ਹਰ ਤਰ੍ਹਾਂ ਦੀਆਂ ਸਮੱਸਿਆਵਾਂ ਉਹਨਾਂ ਨੇ ਝੱਲੀਆਂ ਨੇ ਪਿਛਲੇ ਦਿਨਾਂ ਦੇ ਵਿੱਚ। ਸੋ ਇਸ ਕਰਕੇ ਜੇ ਇੱਕ ਪਾਸੇ ਆਪਾਂ ਨੂੰ ਲੱਗਦਾ ਹੈ ਕਿ ਮੋਦੀ ਸਾਹਿਬ ਦੇ ਸਿਰ ਤੋਂ ਜੂੰ ਨਹੀਂ ਸਰਕ ਰਹੀ। ਮੋਦੀ ਸਾਹਿਬ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਇੱਕ ਫੋਨ ਕਾਲ ਦੀ ਦੂਰੀ ਤੇ ਆ, ਅੱਜ ਤੱਕ ਉਹ ਜਿਹੜਾ ਫੋਨ ਕਾਲ ਨਹੀਂ ਗਿਆ ਕਿਸਾਨਾਂ ਨੂੰ। ਔਰ ਦੂਜੇ ਪਾਸੇ ਤੋਮਰ ਸਾਹਿਬ ਇਹ ਗੱਲ ਕਹਿ ਰਹੇ ਨੇ, ਖੇਤੀਬਾੜੀ ਮੰਤਰੀ, ਉਹ ਇਹ ਕਹਿ ਰਹੇ ਨੇ ਕਿ ਤੁਹਾਡੇ ਉੱਤੇ ਸ਼ਰਤਾਂ ਲਗਾ ਕੇ ਅਸੀਂ ਜਿਹੜਾ ਹੈਗਾ ਤੁਹਾਡੇ ਨਾਲ ਗੱਲਬਾਤ ਕਰਾਂਗੇ। ਕਹਿਣ ਤੋਂ ਭਾਵ ਹੈ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਅਸੀਂ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਾਂਗੇ। ਹੋਰ ਤੁਸੀਂ ਜਿਹੜੀ ਮਾੜੀ ਮੋਟੀ ਜਿਹੜੀ ਗੱਲਬਾਤ ਹੈ ਜਾਂ ਹੋਰ ਜਿਹੜੀ ਮਾੜੀ ਮੋਟੀ ਚੇਂਜ ਨੇ ਇਹਨਾਂ ਕਾਨੂੰਨਾਂ ਦੇ ਵਿੱਚ, ਚੇਂਜਿਸ ਨੇ, ਉਹ ਤੁਸੀਂ ਕਰਵਾ ਸਕਦੇ ਹੋ। ਮੇਰਾ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਹੈ, ਉਹਦੇ ਉੱਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਲੈ ਕੇ ਕੋਈ ਅਸਰ ਨਹੀਂ ਹੋ ਰਿਹਾ। ਉਹ ਇਹ ਨਹੀਂ ਸਮਝ ਰਹੀ ਕਿ ਜੇਕਰ ਪਿਛਲੇ 7 ਮਹੀਨੇ ਤੋਂ, ਇਹ ਨਹੀਂ ਕਿ ਇਕੱਲਾ ਪੰਜਾਬ, ਹਰਿਆਣਾ, ਉੱਤਰਾਖੰਡ, ਯੂਪੀ, ਹੋਰ ਵੀ ਜਿਹੜਾ ਹੈਗਾ ਵੱਡੇ ਵੱਡੇ ਜਿਹੜੇ ਨੇ ਸਟੇਟਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਦੇ ਜਾਂ ਬਾਕੀ ਕਿਸਾਨ ਜਿਹੜੇ ਨੇ ਉਹ ਰੌਲਾ ਪਾ ਰਹੇ ਨੇ। ਸੋ ਦੂਜੇ ਪਾਸੇ ਕੀ ਹੋ ਰਿਹਾ ਕਿ ਜਦੋਂ ਪੰਜਾਬ ਦੇ ਵਿੱਚ ਕਿਸਾਨ ਆਪਣੀ ਗੱਲ ਕਹਿੰਦੇ ਆ, ਕਿਸਾਨ ਬੀਜੇਪੀ ਵਾਲਿਆਂ ਦਾ ਵਿਰੋਧ ਕਰਦੇ ਆ, ਉੱਥੇ ਜਿਹੜਾ ਹੈਗਾ ਬੀਜੇਪੀ ਵਾਲੇ ਇਹ ਜਿਵੇਂ ਤੁਸੀਂ ਗਰੇਵਾਲ ਦਾ ਜ਼ਿਕਰ ਕਰ ਰਹੇ ਹੋ, ਇਹ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਆਓ ਜਿਹਨੇ ਦੇਖਣਾ ਸਾਡੇ ਨਾਲ ਦੇਖੋ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਵਾਲੇ ਜਿਹੜੇ ਲੀਡਰ ਸਾਹਿਬਾਨ ਨੇ, ਉਹਨਾਂ ਨੂੰ ਬੇਨਤੀ ਇੰਨੀ ਕੁ ਹੈ, ਜਿਵੇਂ ਅਨਿਲ ਜੋਸ਼ੀ ਜੀ, ਤੁਸੀਂ ਗੱਲਾਂ ਨੂੰ ਧਿਆਨ ਨਾਲ ਸੁਣੋਗੇ, ਅਨਿਲ ਜੋਸ਼ੀ ਜੀ ਇਹੀ ਗੱਲ ਕਹਿੰਦੇ ਨੇ ਕਿ ਬੀਜੇਪੀ ਵਾਲੇ ਲੀਡਰ ਜਿਹੜੇ ਨੇ ਉਹ ਲੋਕਾਂ ਨੂੰ ਭੜਕਾ ਰਹੇ ਨੇ, ਕਿਸਾਨਾਂ ਨੂੰ ਜਾਣ ਬੁੱਝ ਕੇ ਭੜਕਾ ਰਹੇ ਨੇ, ਜਿਹੜੀ ਕਿ ਉਹਨਾਂ ਨੂੰ ਇਹ ਨਹੀਂ ਗੱਲ ਕਰਨੀ ਚਾਹੀਦੀ। ਇਸ ਵੇਲੇ ਕਿਸਾਨਾਂ ਦੇ ਮਨ ਦੇ ਵਿੱਚ ਗੁੱਸਾ ਹੈ, ਕਿਸਾਨਾਂ ਦੇ ਮਨ ਦੇ ਵਿੱਚ ਇੱਕ ਭੜਕਾ ਹੈ, ਇੱਕ ਕਿਸਮ ਦਾ ਖਲਾਅ ਪੈਦਾ ਹੋ ਚੁੱਕਿਆ ਹੈ। ਉਹਨਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਸਾਡੀ ਗੱਲ ਸੁਣੀ ਜਾਏਗੀ, ਨਹੀਂ ਸੁਣੀ ਜਾਏਗੀ, ਕਾਲੇ ਕਾਨੂੰਨ ਖਤਮ ਹੋਣਗੇ, ਨਹੀਂ ਹੋਣਗੇ। ਏਦਾਂ ਦਾ ਸ਼ੰਕੇ ਜਿਹੜੇ ਨੇ ਕਿਸਾਨਾਂ ਦੇ ਮਨ 'ਚ ਨੇ। ਜੇ ਉਹ ਆਪਣੇ ਸ਼ੰਕਿਆਂ ਨੂੰ
ਇਹਨਾਂ ਲੋਕਾਂ ਦੇ ਸਾਹਮਣੇ ਰੱਖਦੇ ਨੇ ਕਿ ਭਾਈ ਸਾਡੇ ਕਾਲੇ ਕਾਨੂੰਨ ਤੁਸੀਂ ਵਾਪਸ ਕਰਵਾਓ, ਤਾਂ ਇਹ ਲੋਕ ਜਿਹੜੇ ਨੇ ਭੜਕਾਊ ਬਿਆਨ ਦਿੰਦੇ ਨੇ ਕਿ ਅਸੀਂ ਤਾਂ ਇਦਾਂ ਹੀ ਚੱਲਾਂਗੇ, ਅਸੀਂ ਨਹੀਂ ਤੁਹਾਡੇ ਕਾਲੇ ਕਾਨੂੰਨ ਵਾਪਸ ਕਰ ਰਹੇ। ਇੱਥੋਂ ਤੱਕ ਵੀ ਕਹਿ ਦਿੱਤਾ ਜਾਂਦਾ ਹੈ ਕਿ ਜਿਹੜੇ ਤੁਸੀਂ ਵਿਰੋਧ ਕਰ ਰਹੇ ਹੋ ਤੁਸੀਂ ਕਿਸਾਨ ਹੈ ਹੀ ਨਹੀਂ, ਤੁਸੀਂ ਤਾਂ ਗੁੰਡੇ ਹੋ। ਸੋ ਇਦਾਂ ਦੇ ਮਤਲਬ ਇਦਾਂ ਦੇ ਗਰੇਵਾਲ ਵਰਗੇ ਲੀਡਰਾਂ ਨੂੰ ਇਦਾਂ ਦੀ ਭਾਸ਼ਾ ਜਿਹੜੀ ਹੈਗੀ ਹੈ ਨਹੀਂ ਵਰਤਣੀ ਚਾਹੀਦੀ। ਔਰ ਇਹਦੇ ਨਾਲ ਕਿਉਂਕਿ ਕਿਸਾਨ ਵਿਚਾਰਾ ਜਿਹੜਾ ਹੈਗਾ ਉਹ ਤਾਂ ਅੱਕਿਆ ਬੈਠਾ ਹੈ, ਉਹਦੇ ਹੱਥ 'ਚ ਵਿਚਾਰੇ ਜਿਹੜਾ ਹੈਗਾ ਕੁਝ ਵੀ ਨਹੀਂ ਹੈ, ਔਰ ਉਹਨੂੰ ਵੀ ਪਤਾ ਹੈ ਕਿ ਸਾਡੀ ਜ਼ਿੰਦਗੀ ਦਾਅ ਤੇ ਲੱਗੀ ਹੋਈ ਹੈ। ਕਿਉਂਕਿ ਜੇਕਰ ਇਹ ਕਾਲੇ ਕਾਨੂੰਨ ਲਾਗੂ ਹੁੰਦੇ ਨੇ ਤਾਂ ਹਰ ਚੀਜ਼ ਜਿਹੜੀ ਹੈਗੀ ਹੈ ਉਹਦੀ ਵਿਕ ਜਾਣੀ ਹੈ, ਖਤਮ ਹੋ ਜਾਣਾ ਹੈ, ਜ਼ਮੀਨ ਤੱਕ ਜਿਹੜੀ ਹੈਗੀ ਹੈ ਉਹਦੇ ਕੋਲੋਂ ਖੁੱਸ ਜਾਣੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਕਿਸਾਨਾਂ ਦੀ ਇਸ ਹਾਲਤ ਨੂੰ ਸਮਝਣਾ ਚਾਹੀਦਾ ਹੈ ਬੀਜੇਪੀ ਦੇ ਲੀਡਰਾਂ ਨੂੰ, ਖਾਸ ਤੌਰ ਤੇ ਜਿਹੜੇ ਮੈਂ ਨਹੀਂ ਸਾਰਿਆਂ ਨੂੰ ਮੈਂ ਨਹੀਂ ਕਹਿ ਰਿਹਾ, ਖਾਸ ਤੌਰ ਤੇ ਜਿਹੜੇ ਬਿਆਨ ਦੇ ਰਹੇ ਨੇ ਇਦਾਂ ਦੇ ਗਰੇਵਾਲ ਵਰਗੇ ਲੀਡਰ ਜਿਹੜੇ ਨੇ, ਜਾਂ ਜਾਣਬੁੱਝ ਕੇ ਜਿਹੜੇ ਨੇ ਇਦਾਂ ਦੀਆਂ ਮੀਟਿੰਗਾਂ ਕਰ ਰਹੇ ਨੇ, ਜਦੋਂ ਕਿ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਲਗਾਤਾਰ ਜਿਹੜੇ ਨੇ ਸਾਡਾ ਵਿਰੋਧ ਹੋਇਆ ਔਰ ਕਿਸੇ ਕਾਰਨ ਹੋ ਰਿਹਾ, ਕਿਸੇ ਮੁੱਦੇ ਦੇ ਆਧਾਰ ਤੋਂ ਹੋ ਰਿਹਾ, ਤੁਸੀਂ ਥੋੜ੍ਹੀਆਂ ਚੀਜ਼ਾਂ ਨੂੰ ਡਿਲੇ ਕਰ ਲਓ। ਤੁਸੀਂ ਇਹ ਤਾਂ ਨਹੀਂ ਹੈ ਕਿ ਅੱਜ ਕੋਈ ਚੋਣਾਂ ਸਿਰ ਤੇ ਖੜੀਆਂ ਨੇ ਕਿ ਤੁਸੀਂ ਅੱਜ ਹੀ ਮਤਲਬ ਕੱਲ ਨੂੰ ਚੋਣਾਂ ਨੇ ਤੁਸੀਂ ਅੱਜ ਮੀਟਿੰਗਾਂ ਕਰਨੀਆਂ ਨੇ। ਹਜੇ 7-8 ਮਹੀਨੇ ਪਏ ਨੇ ਚੋਣਾਂ ਨੂੰ, ਤੁਸੀਂ ਆਪਣੀਆਂ ਮੀਟਿੰਗਾਂ ਜਿਹੜੀਆਂ ਕਰਨੀਆਂ ਨੇ, ਜਾਂ ਤੁਸੀਂ ਅੱਜ ਕੱਲ ਹੋਰ ਬਹੁਤ ਸਾਰੇ ਤਰੀਕੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਬੀਜੇਪੀ ਵਾਲਿਆਂ ਨੂੰ। ਬੀਜੇਪੀ ਵਾਲੇ ਤਾਂ ਸਗੋਂ ਸੈਂਟਰ ਗਵਰਨਮੈਂਟ ਦਾ ਚਾਹੁੰਦੀ ਹੈ, ਇਸ ਵੇਲੇ ਸੈਂਟਰ ਗਵਰਨਮੈਂਟ ਦੀ ਇੱਛਾ ਹੈ ਕਿ ਇਹ ਜਿਹੜਾ ਸਾਰਾ ਸੰਘਰਸ਼ ਹੈ ਇਹ ਦੂਜੇ ਪਾਸੇ ਚਲਾ ਜਾਏ, ਇਹ ਕੋਈ ਇਹਦੇ ਵਿੱਚ ਜਿਹੜੀ ਹੈਗੀ ਲੜਾਈ ਝਗੜਾ ਸ਼ੁਰੂ ਹੋ ਜਾਏ ਔਰ ਮਾਰਕੁੱਟ ਸ਼ੁਰੂ ਹੋ ਜਾਏ, ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਹੈਗਾ ਬਿੱਲਾਂ ਤੋਂ ਹਟ ਕੇ ਇਹਨਾਂ ਚੀਜ਼ਾਂ ਦੇ ਵੱਲ ਚਲਾ ਜਾਏ। ਸੋ ਮੇਰੀ ਇਹੀ ਹੈ, ਕਿਸਾਨਾਂ ਨੂੰ ਵੀ ਇੱਕ ਬੇਨਤੀ ਅਸੀਂ ਜ਼ਰੂਰ ਕਰਨਾ ਚਾਹਾਂਗੇ ਕਿ ਜਿਹੜਾ ਵੀ ਸੰਘਰਸ਼ ਕਰਨਾ ਹੈ ਉਹਦੇ ਲਈ ਲੋਕਤੰਤਰੀ ਤਰੀਕਾ ਹੈ, ਉਹਨਾਂ ਨੂੰ ਕਾਲੇ ਝੰਡੇ ਦਿਖਾ ਦਿਓ, ਤੁਸੀਂ ਉਹਨਾਂ ਦੇ ਖਿਲਾਫ ਨਾਅਰੇ ਲਾ ਦਿਓ। ਜਿਹੜੀ ਹੈਗੀ ਹੈ ਕੁੱਟਮਾਰ ਜਿਹੜੀ ਕਰਨੀ ਹੈ ਕਿਸੇ ਵੀ ਲੀਡਰ ਦੀ, ਚਾਹੇ ਮੈਂ ਇਹ ਸਰਕਾਰ ਨੂੰ ਵੀ ਚਾਹੀਦਾ ਕਿ ਜਦੋਂ ਕਿਸਾਨ ਉਹਨਾਂ ਦਾ ਵਿਰੋਧ ਕਰਦੇ ਨੇ, ਜਦੋਂ ਲਾਠੀ ਚਾਰਜ ਕੱਲ ਉਹਨਾਂ ਨੇ ਕੀਤੀ ਹੈ ਬਕਾਇਦਾ ਤੌਰ ਤੇ, ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਹਰਿਆਣੇ ਦੇ ਵਿੱਚ ਬੀਜੇਪੀ ਸਰਕਾਰ ਨੇ ਕਿਸਾਨਾਂ ਦੀ ਕੁਟਾਪਾ ਕੀਤਾ, ਸੋ ਉੱਥੇ ਵੀ ਉਹਨਾਂ ਨੂੰ ਜਿਹੜਾ ਹੈਗਾ ਗੁਰੇਜ਼ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਵੀ ਜਿਹੜਾ ਹੈਗਾ ਹੱਥ ਚੱਕਣ ਦਾ ਜਿਹੜਾ ਹੈਗਾ ਕੋਈ ਅਧਿਕਾਰ ਨਹੀਂ ਹੈ ਕਿਸੇ ਨੂੰ ਵੀ, ਕਿ ਜਿਹੜਾ ਹੈਗਾ ਇਸ ਤਰ੍ਹਾਂ ਦੇ ਸ਼ਾਂਤਮਈ ਤਰੀਕੇ ਦੇ ਨਾਲ, ਲੋਕਤੰਤਰੀ ਤਰੀਕੇ ਦੇ ਨਾਲ ਜਿਹੜਾ ਸੰਘਰਸ਼ ਹੋਣਾ ਚਾਹੀਦਾ, ਵਿਰੋਧ ਹੋਣਾ ਚਾਹੀਦਾ। ਪਰ ਜਿਹੜਾ ਕਾਨੂੰਨ ਨੂੰ ਆਪਣੇ ਹੱਥ 'ਚ ਲੈਣਾ ਹੈਗਾ, ਇਹ ਚਾਹੇ ਕਿਸਾਨਾਂ ਦੇ ਗੱਲ ਦੇ ਤੌਰ ਤੇ ਮੈਂ ਕਹਿ ਰਿਹਾ, ਚਾਹੇ ਸਰਕਾਰ ਨੂੰ ਵੀ ਜਿਹੜਾ ਹੈਗਾ ਉਹਨਾਂ ਦੇ ਗੁੱਸੇ ਦਾ ਜਿਹੜਾ ਹੈਗਾ ਉਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਔਰ ਉਹਨਾਂ ਨੂੰ ਸਮਝਣਾ ਚਾਹੀਦਾ, ਔਰ ਇਸ ਕਰਕੇ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ। ਜਿਹੜੀ ਵੱਡੀ ਗੱਲ ਇਸ ਵੇਲੇ ਜਿਹੜੀ ਡਿਲੇ ਹੋ ਰਹੀ ਹੈ ਉਹਦੇ ਲਈ ਸੰਵਾਦ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ, ਇਹ ਸਰਕਾਰ ਨੂੰ ਸਮਝਣਾ ਚਾਹੀਦਾ। ਔਰ ਸਰਕਾਰ ਨੇ ਜਿਹੜੀ ਗੱਲ ਕਹੀ ਸੀਗੀ ਕਿ ਇੱਕ ਫੋਨ ਦੇ ਦੂਰੀ ਤੇ ਆ ਅਸੀਂ, ਉਹ ਫੋਨ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਕਰਨਾ ਚਾਹੀਦਾ ਔਰ ਕਿਸਾਨਾਂ ਨੂੰ ਟੇਬਲ ਟਾਕ ਤੇ ਜਿਹੜਾ ਹੈਗਾ ਅੱਗੇ ਆ ਕੇ ਸਿਲਸਿਲਾ ਜਿਹੜਾ ਹੈਗਾ ਅੱਗੇ ਚੱਲਣਾ ਚਾਹੀਦਾ। ਇਹ ਸੁਖਵਿੰਦਰ ਜੀ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਬੀਜੇਪੀ ਦੇ ਆਗੂ ਤੁਸੀਂ ਜਿਵੇਂ ਕਹਿ ਰਹੇ ਸੀ ਕਿ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ, ਇਧਰ ਬੀਜੇਪੀ ਵਾਲੇ ਆਗੂ ਕਹਿੰਦੇ ਨੇ ਕਿ ਸਾਰਿਆਂ ਨੂੰ ਅਧਿਕਾਰ ਹੈ ਆਪੋ ਆਪਣੀ ਗੱਲ ਰੱਖਣ ਦਾ, ਆਪੋ ਆਪਣੇ ਫੀਲਡ ਵਿੱਚ ਜਾਣ ਦਾ, ਲੋਕਾਂ 'ਚ ਵਿਚਰਨ ਦਾ, ਤਾਂ ਇੱਥੇ ਕਿਸਾਨ ਵਿਰੋਧ ਕਿਉਂ ਕਰਦੇ ਨੇ? ਪਰ ਜਦੋਂ ਉਧਰ ਹਰਿਆਣਾ ਦੇ ਵਿੱਚ ਡਾਂਗਾ ਫੇਰੀਆਂ ਜਾਂਦੀਆਂ ਨੇ ਕਿਸਾਨਾਂ ਤੇ ਕਿਸਾਨ ਨੂੰ ਪਹੁੰਚਦੇ ਨੇ, ਤਾਂ ਉਹ ਇੱਕ ਦਾਇਰੇ 'ਚ ਰਹਿ ਕੇ ਵੀ ਵਿਰੋਧ ਕਰਦੇ ਨੇ, ਤਾਂ ਵੀ ਉਹਨਾਂ ਨੂੰ ਜਿਹੜਾ ਪਰਚਿਆਂ ਦਾ ਸਾਹਮਣਾ ਕਰਨਾ ਪੈਂਦਾ। ਤਾਂ ਫਿਰ ਇਸ ਦੋਹਰੀ ਨੀਤੀ ਨੂੰ ਇਹੀ ਸਮਝ ਸਕਦੇ ਹਾਂ ਕਿ ਕਿਸਾਨਾਂ ਨੂੰ ਸਮਝਣ ਦੀ ਥਾਂ ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਚੱਲਿਆ ਜਾ ਰਿਹਾ ਹੈ। ਜਿਵੇਂ ਜਿਹੜੇ ਕਿਸਾਨ ਆਗੂਆਂ ਨੂੰ ਇੱਥੇ ਰਾਜਪੁਰੇ ਦੇ ਵਿੱਚ ਘੇਰਿਆ ਗਿਆ ਸੀਗਾ, ਮਾਫ ਕਰਨਾ, ਜਿਹੜੇ ਬੀਜੇਪੀ ਦੇ ਆਗੂਆਂ ਨੂੰ ਘੇਰਿਆ ਗਿਆ ਸੀਗਾ, ਉੱਥੇ ਜਿਨ੍ਹਾਂ ਦੇ ਘਰ 'ਚ ਘੇਰਿਆ ਗਿਆ ਸੀ ਉਹ ਦੱਸ ਰਹੇ ਸੀ ਕਿ ਗੱਲਬਾਤ ਜਿਹੜੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜੇਪੀ ਨੱਡਾ ਦੇ ਨਾਲ ਉਹਨਾਂ ਲੀਡਰਾਂ ਦੀ ਹੁੰਦੀ ਰਹੀ ਹੈ। ਇਹਦੇ ਤੋਂ ਸਾਫ਼ ਹੈ ਕਿ ਹਾਈ ਕਮਾਨ ਉੱਪਰ ਲੀਡਰਸ਼ਿਪ, ਗ੍ਰਹਿ ਮੰਤਰਾਲਾ, ਉਹ ਸਭ ਜਾਣਦੇ ਨੇ ਕਿ ਜ਼ਮੀਨੀ ਲੈਵਲ ਦੇ ਉੱਤੇ ਕੀ ਹੋ ਰਿਹਾ, ਲੋਕਾਂ ਦਾ ਗੁੱਸਾ ਕਿੱਦਾਂ ਦਾ। ਪਰ ਉਸ ਗੁੱਸੇ ਨੂੰ ਸਮਝਣ ਦੀ ਥਾਂ ਤੇ ਜਿਵੇਂ ਕਿਸਾਨ ਕਹਿੰਦੇ ਨੇ ਕਿ ਇੱਕ ਹੰਕਾਰੀ ਲੀਡਰਸ਼ਿਪ ਉੱਤੇ ਕੰਮ ਕਰ ਰਹੀ ਹੈ। ਸੁਖਵਿੰਦਰ ਜੀ, ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਦਾ ਮਕਸਦ ਇਹੀ ਹੁੰਦਾ ਕਿ ਡਿਵਾਈਡ ਐਂਡ ਰੂਲ, ਕਿ ਲੋਕਾਂ ਨੂੰ ਵੰਡ ਦਿਓ। ਔਰ ਤੁਸੀਂ ਦੇਖੋਗੇ ਕਿ ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹ ਕਿਸਾਨਾਂ ਦੇ ਨਾਲ ਵੱਖਰੇ ਤਰੀਕੇ ਨਾਲ ਪੇਸ਼ ਆ ਰਹੀ ਹੈ, ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਵੱਖਰੇ ਤਰੀਕੇ ਨਾਲ ਪੇਸ਼ ਆ ਰਹੀ ਹੈ। ਤੁਸੀਂ ਦੋਨਾਂ ਦੇ ਵਿੱਚ ਵੱਡਾ ਫਰਕ ਦੇਖੋਗੇ। ਦੂਜੇ ਪਾਸੇ ਤੁਸੀਂ ਜਦੋਂ, ਜਿਵੇਂ ਤੁਸੀਂ ਖੁਦ ਕਿਹਾ, ਇਹੀ ਗੱਲ ਮੈਂ ਪਹਿਲਾਂ ਵੀ ਗੱਲ ਕਹੀ ਹੈ ਕਿ ਹਰਿਆਣੇ ਦੇ ਵਿੱਚ ਜਦੋਂ ਕਿਸਾਨ ਵਿਰੋਧ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਡੰਡੇ ਭਰਾਏ ਜਾਂਦੇ ਨੇ, ਉਹਨਾਂ ਦੇ ਉੱਤੇ ਪਰਚੇ ਕੀਤੇ ਜਾਂਦੇ ਨੇ,
ਔਰ ਹਾਲਾਂਕਿ ਉਹ ਕਦੇ ਵੀ ਹੱਥ ਨਹੀਂ ਚੁੱਕਦੇ, ਉਹ ਸਿਰਫ ਆਪਣੇ ਝੰਡਿਆਂ ਦੇ ਨਾਲ ਵਿਰੋਧ ਕਰਦੇ ਆ ਜਾਂ ਉਹਨਾਂ ਦੀਆਂ ਗੱਡੀਆਂ ਨੂੰ ਰੋਕਦੇ ਆ ਜਾਂ ਇਦਾਂ ਦਾ ਮਾੜਾ ਮੋਟਾ ਜੋ ਉਹਨਾਂ ਨੂੰ ਲੋਕਤੰਤਰ ਦੇ ਵਿੱਚ ਦਿੱਤਾ ਗਿਆ, ਸੰਵਿਧਾਨ ਦੇ ਵਿੱਚ ਜੋ ਹੱਕ ਉਹਨਾਂ ਨੂੰ ਮਿਲਿਆ ਉਹਦੇ ਅਨੁਸਾਰ ਉਹ ਆਪਣਾ ਹੱਕ ਦੀ ਵਰਤੋਂ ਕਰ ਰਹੇ ਨੇ। ਪਰ ਦੂਜੇ ਪਾਸੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਜਾਣ ਬੁੱਝ ਕੇ ਜਿਹੜੇ ਨੇ ਬੀਜੇਪੀ ਦੇ ਲੀਡਰ ਇਦਾਂ ਦੇ ਭੜਕਾਊ ਬਿਆਨ ਦੇ ਕੇ ਲੋਕਾਂ ਨੂੰ ਜਿਹੜਾ ਹੈਗਾ ਉਕਸਾਉਂਦੇ ਨੇ, ਕਿਸਾਨਾਂ ਨੂੰ ਉਕਸਾ ਰਹੇ ਨੇ ਕਿ ਤੁਸੀਂ ਜੋ ਤੁਸੀਂ ਸਾਡਾ ਕੁਝ ਕਰਕੇ ਦਿਖਾਓ, ਅਸੀਂ ਤਾਂ ਇਹ ਗੱਲ ਕਰਾਂਗੇ, ਅਸੀਂ ਤਾਂ ਮਤਲਬ ਮੀਟਿੰਗਾਂ ਕਰਨੀਆਂ ਨੇ, ਤੁਸੀਂ ਸਾਨੂੰ ਰੋਕ ਕੇ ਦਿਖਾਓ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਚੀਜ਼ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਇਸ ਵੇਲੇ ਇਹ ਮਸਲਾ ਜਿਹੜਾ ਹੈਗਾ ਬਹੁਤ ਨਾਜ਼ੁਕ ਮਸਲਾ ਹੈ। ਇਸ ਪੰਜਾਬ ਨੂੰ ਜਿਹੜਾ ਹੈਗਾ, ਆਪਾਂ ਨੂੰ ਵੀ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਅੱਤਵਾਦ ਦਾ ਦੌਰ ਸੀਗਾ, ਬਹੁਤ ਸੰਕਟ ਦੇ ਵਿੱਚੋਂ ਪੰਜਾਬ ਨਿਕਲਿਆ। ਸੋ ਉਸ ਸੰਕਟ ਦੇ ਵਿੱਚ ਦੁਬਾਰਾ ਜਦੋਂ ਆਪਾਂ ਕਹਾਂਗੇ ਉਹਨੂੰ ਫਸਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ, ਸਗੋਂ ਪੰਜਾਬ ਦਾ ਜਿਹੜਾ ਬਸ਼ਿੰਦਾ ਹੈ, ਪੰਜਾਬ ਦੇ ਲੋਕ ਨੇ, ਉਹ ਸ਼ਾਂਤਮਈ ਤਰੀਕੇ ਦੇ ਨਾਲ ਜੀਣਾ ਚਾਹੁੰਦੇ ਨੇ, ਸ਼ਾਂਤਮਈ ਤਰੀਕੇ ਦੇ ਨਾਲ ਰਹਿਣਾ ਚਾਹੁੰਦੇ ਨੇ। ਪਰ ਜੇ ਉਹਨਾਂ ਨੂੰ ਭੜਕਾ ਕੇ, ਉਹਨਾਂ ਨੂੰ ਉਕਸਾ ਕੇ ਜਿਹੜਾ ਹੈਗਾ ਉਹਨਾਂ ਨੂੰ ਇਦਾਂ ਦੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਮਾਹੌਲ ਜਿਹੜਾ ਹੈਗਾ ਵਿਗੜਨ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਨੇ। ਸੋ ਮੇਰਾ ਕਹਿਣ ਦਾ ਸਾਰਿਆਂ ਨੂੰ ਮੇਰਾ ਇਹ ਵੀ ਆਪਾਂ ਕਹਿਣਾ ਇੱਥੇ ਚਾਹਾਂਗੇ ਕਿ ਸਰਕਾਰ ਨੂੰ ਵੀ ਚਾਹੀਦਾ ਕਿ ਸਰਕਾਰ ਜਿਹੜੀ ਖਾਸ ਤੌਰ ਤੇ ਹਰਿਆਣੇ ਦੀ ਜਿਹੜੀ ਸਰਕਾਰ ਹੈ ਉਹ ਰਾਜਨੀਤੀ ਇਹਦੇ ਉੱਤੇ ਨਾ ਕਰੇ। ਇਸੇ ਤਰ੍ਹਾਂ ਜਿਹੜੀ ਸੈਂਟਰ ਦੀ ਸਰਕਾਰ ਹੈ, ਬੀਜੇਪੀ ਸਰਕਾਰ ਹੈ, ਉਹ ਵੀ ਜਿਵੇਂ ਤੁਸੀਂ ਕਿਹਾ ਕਿ ਉਹ ਰਾਜਨੀਤੀ ਕਰ ਰਹੀ ਹੈ ਔਰ ਉਹਨੂੰ ਤਾਂ ਇਹੀ ਲੱਗਦਾ ਕਿ ਜਿੰਨਾ ਕਿਸਾਨਾਂ ਦੇ ਉੱਤੇ ਆਪਣਾ ਇਹਦਾ ਪ੍ਰੈਸ਼ਰ ਬਣੇਗਾ ਔਰ ਕਿਸਾਨ ਛੋਟੇ ਲੀਡਰਾਂ ਨਾਲ ਲੜ ਕੇ ਆਪਣਾ ਜਿਹੜਾ ਹੈਗਾ ਮੇਨ ਮੁੱਦਾ ਭੁੱਲ ਜਾਣਗੇ। ਸੋ ਉਸ ਤੋਂ ਵੀ ਸਾਨੂੰ ਬਚਣ ਦੀ ਲੋੜ ਹੈ, ਸੁਚੇਤ ਹੋਣ ਦੀ ਲੋੜ ਹੈ। ਸਗੋਂ ਮੱਛੀ ਦੀ ਅੱਖ ਵਾਂਗ ਇਸ ਵੇਲੇ ਇੱਕੋ ਇੱਕ ਜਿਹੜਾ ਹੈਗਾ ਨਿਸ਼ਾਨਾ ਚਾਹੀਦਾ ਕਿ ਅਸੀਂ ਸ਼ਾਂਤਮਈ ਔਰ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਹੈ। ਔਰ ਵੱਡੀ ਗੱਲ ਇਹ ਹੈ ਕਿ ਇਹ 3 ਕਾਲੇ ਕਾਨੂੰਨ ਵਾਪਸ ਕਰਾਉਣੇ ਆ ਔਰ ਨਵਾਂ ਐਮਐਸਪੀ ਵਾਲਾ ਜਿਹੜਾ ਕਾਨੂੰਨ ਹੈ ਉਹ ਬਣਵਾ ਕੇ ਹੀ ਵਾਪਸ ਆਉਣਾ ਹੈ। ਇਹੀ ਫੋਕਸ ਹੋਣਾ ਚਾਹੀਦਾ ਔਰ ਉਹਦੇ ਲਈ ਜਿਹੜੇ ਤਰੀਕੇ ਹੋਣੇ ਚਾਹੀਦੇ ਨੇ ਉਹ ਸੰਵਾਦ ਦੇ ਹੋਣੇ ਚਾਹੀਦੇ ਨੇ, ਡਾਇਲੌਗ ਦੇ ਹੋਣੇ ਚਾਹੀਦੇ ਨੇ, ਲੋਕਤੰਤਰੀ ਹੋਣੇ ਚਾਹੀਦੇ ਨੇ, ਨਾ ਕਿ ਜਿਹੜਾ ਹੈਗਾ ਹੱਥੋਂ ਪਾਈ ਵਾਲਾ ਜਿਹੜਾ ਹੈਗਾ ਸਿਸਟਮ ਹੈ ਜਾਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਕੇ ਜਿਹੜਾ ਹੈਗਾ ਇਦਾਂ ਦਾ ਮਾਹੌਲ ਖਰਾਬ ਕਰਨ ਦੀ ਦੋਨੇ ਧਿਰਾਂ ਨੂੰ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਹ ਕਿਸਾਨਾਂ ਨੂੰ ਵੀ ਬੇਨਤੀ ਹੈ, ਇਹ ਕਿਸਾਨ ਲੀਡਰਾਂ ਨੂੰ ਵੀ ਬੇਨਤੀ ਹੈ, ਇਹ ਜਿਹੜੇ ਬੀਜੇਪੀ ਵਾਲੇ ਲੀਡਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਪੰਜਾਬ ਇਸ ਚੱਕਰ ਦੇ ਵਿੱਚ ਪੰਜਾਬ ਦਾ ਮਾਹੌਲ ਜਿਹੜਾ ਹੈਗਾ ਜਾਂ ਕਿਸਾਨੀ ਦਾ ਜਿਹੜਾ ਇਸ ਵੇਲੇ ਵੱਡਾ ਸੰਘਰਸ਼ ਚੱਲ ਰਿਹਾ ਹੈ ਉਸ ਨੂੰ ਇੱਧਰ ਉੱਧਰ ਭੜਕਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ, ਸਗੋਂ ਆਪਣਾ ਫੋਕਸ ਨਿਰਧਾਰਿਤ ਕਰਕੇ ਉਹਦੇ ਉੱਤੇ ਪਹਿਰਾ ਦਿੱਤਾ ਜਾਏ ਔਰ ਉਹਦੇ ਉੱਤੇ ਲੜਾਈ ਲੜੀ ਜਾਏ ਔਰ ਅਖੀਰ ਨੂੰ ਜਿੱਤ ਕੇ ਹੀ ਵਾਪਸ ਆਇਆ ਜਾਏ। ਨਾ ਕਿ ਜੇ ਆਪਾਂ ਇਦਾਂ ਦੇ ਛੋਟੇ-ਛੋਟੀਆਂ ਲੜਾਈਆਂ 'ਚ ਪੈ ਗਏ, ਛੋਟੇ-ਛੋਟੇ ਲੀਡਰਾਂ ਨੂੰ ਘੇਰਨ ਲੱਗ ਗਏ, ਕਿਉਂਕਿ ਇਹ ਬਹੁਤੇ ਵੱਡੇ ਲੀਡਰ ਨਹੀਂ ਹੈਗੇ। ਜੇ ਆਪਾਂ ਦੇਖੀਏ ਕਿ ਮੰਨ ਲਓ ਜਿਹੜੇ ਕੱਲ ਘਟਨਾ ਵਾਪਰੀ ਹੈ, ਇਹ ਕਿੰਨੇ ਕੁ ਲੀਡਰ ਨੇ, ਇਹਨਾਂ ਦੇ ਨਾਲ ਹੋ ਸਕਦਾ ਕਿ 5, 10, 20 ਵੋਟਾਂ ਵੀ ਨਾ ਹੋਣ। ਸੋ ਇਦਾਂ ਦੇ ਆ ਜਿਹੜੇ ਇਹਨਾਂ ਦਾ ਨੋਟਿਸ ਨਾ ਲਿਆ ਜਾਏ, ਈਵਨ ਇੱਥੋਂ ਤੱਕ ਕਿ ਗਰੇਵਾਲ ਸਾਹਿਬ ਵਰਗਿਆਂ ਦਾ ਜਿਹੜਾ ਹੈਗਾ ਇਹਨਾਂ ਨੂੰ ਇਗਨੋਰ ਕੀਤਾ ਜਾਏ। ਜਾਣ ਬੁੱਝ ਕੇ ਲੋਕਾਂ ਨੂੰ ਉਕਸਾ ਰਹੇ ਨੇ, ਇਹੀ ਤਾਂ ਚਾਹੁੰਦੇ ਨੇ ਉਹ ਕਿ ਲੋਕਾਂ ਨੂੰ ਉਕਸਾ ਕੇ ਉਹ ਸਾਡੇ ਨਾਲ ਪੰਗਾ ਲੈਣ ਤਾਂ ਕਿ ਕਿਸਾਨਾਂ ਦਾ ਜਿਹੜਾ ਫੋਕਸ ਹੈ ਉਹ ਭੰਗ ਹੋ ਜਾਏ ਔਰ ਅਸੀਂ ਇਹ ਕਹਿ ਕੇ ਕਿ ਦੇਖੋ ਜੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਗਿਆ, ਇੱਥੇ ਅਸੀਂ ਰਾਸ਼ਟਰਪਤੀ ਰਾਜ ਲਗਾ ਦਈਏ। ਉਹਦੇ ਨਾਲ ਕੀ ਹੋਏਗਾ ਕਿ ਲਗਾਤਾਰ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਇਹ ਸੰਘਰਸ਼ ਚੱਲ ਰਿਹਾ ਹੈ ਉਸ ਨੂੰ ਤਾਰ ਪੀੜੋ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸੈਂਟਰ ਗਵਰਨਮੈਂਟ ਵੱਲੋਂ ਔਰ ਪੰਜਾਬ ਦੀ ਬੀਜੇਪੀ ਸਰਕਾਰ ਜਿਹੜੀ ਹੈਗੀ ਹੈ ਪਾਰਟੀ ਵੱਲੋਂ ਇਹ ਹੋ ਰਹੀਆਂ ਨੇ। ਸੋ ਇਹਦੇ ਤੋਂ ਕਿਸਾਨ ਲੀਡਰਾਂ ਨੂੰ, ਕਿਸਾਨਾਂ ਨੂੰ ਜਾਂ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਸੁਖਵਿੰਦਰ ਜੀ ਡਾਕਟਰ ਸਾਹਿਬ, ਇੱਕ ਅਗਲੀ ਖਬਰ ਦੇ ਉੱਤੇ ਗੱਲਬਾਤ ਕਰਦੇ ਆ ਕਿ ਜਦੋਂ ਕਿਸਾਨ ਅੱਜ ਸਿਆਸਤ ਦੇ ਕੋਲੋਂ ਖੇਤੀ ਕਾਨੂੰਨਾਂ ਦਾ ਹੱਲ ਮੰਗਦੇ ਨੇ ਤਾਂ ਕਿਸਾਨਾਂ ਦੇ ਉੱਤੇ ਹੁਣ ਸਵਾਲ ਉੱਠ ਰਹੇ ਨੇ। ਹਰ ਡਿਬੇਟ ਦੇ ਵਿੱਚ, ਹਰ ਥਾਂ ਦੇ ਉੱਤੇ ਚਰਚਾ ਇਹੀ ਹੁੰਦੀ ਹੈ, ਸਵਾਲ ਕਿਸਾਨਾਂ ਨੂੰ ਇਹੀ ਹੁੰਦਾ ਹੈ ਕਿ ਉਹ ਸਿਆਸੀ ਬਦਲ ਦੇ ਪਾਸੇ ਵੱਲ ਕਿਉਂ ਨਹੀਂ ਤੁਰਦੇ। ਕਿਸਾਨਾਂ ਦਾ ਤਰਕ ਇਹ ਹੁੰਦਾ ਹੈ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣੇ ਨੇ, ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ। ਪਰ ਹੁਣ ਜਿਹੋ ਜਿਹਾ ਮੌਕਾ ਆ, ਜਿਹੋ ਦੀ ਸਥਿਤੀ ਆ, ਜਿਵੇਂ ਕਹਿੰਦੇ ਨੇ ਕਿ ਲੋਹਾ ਗਰਮ ਹੈ ਤੇ ਸੱਟ ਮਾਰ ਦਿਓ, ਕੰਮ ਉਹ ਹੋਇਆ ਪਿਆ ਪੰਜਾਬ ਦੇ ਵਿੱਚ ਕਿ ਕਿਸਾਨ ਆਪਣੀ ਇੱਕ ਸਿਆਸੀ ਧਿਰ ਖੜੀ ਕਰਨ ਜਿਹਦੇ ਥੱਲੇ ਲੋਕ ਜਿਹੜੇ ਨੇ ਉਹ ਆਪਣੇ ਨੁਮਾਇੰਦਿਆਂ ਨੂੰ ਚੁਣ ਕੇ, ਆਪਣੇ ਕਿਸਾਨਾਂ ਨੂੰ ਚੁਣ ਕੇ ਆਪਣੀ ਆਵਾਜ਼ ਬਣਾ ਕੇ ਉਹਨਾਂ ਨੂੰ ਵਿਧਾਨ ਸਭਾ ਤੱਕ ਜਾਂ ਹੋਰ ਥਾਵਾਂ ਦੇ ਉੱਤੇ ਜਿੱਥੇ ਵੀ ਇਲੈਕਸ਼ਨਸ ਆਉਂਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਧਰ ਨੂੰ ਬਦਲ ਲੈ ਕੇ ਦੇਖਣ ਇੱਕ ਵਾਰ। ਇਹਨੂੰ ਕਿੱਦਾਂ ਤੁਸੀਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਕੀ ਲੱਗਦਾ ਕਿ ਪੰਜਾਬ ਤੋਂ ਸ਼ੁਰੂਆਤ ਕਰਕੇ ਕਿ ਪੰਜਾਬ ਦੀ ਖੇਤਰੀ ਪਾਰਟੀ ਹੋ ਜਾਏਗੀ ਕਿ ਉਹਦੇ ਨਾਲ ਬਦਲਾਅ ਆ ਸਕਦਾ? ਸੁਖਵਿੰਦਰ ਜੀ ਦੇਖੋ, ਮੰਨ ਲਓ ਆਪਾਂ ਤੁਹਾਡੀ ਗੱਲ ਮੰਨ ਲਾਂਦੇ ਆ
ਕਿ ਇੱਥੇ ਚੋਣਾਂ ਹੁੰਦੀਆਂ ਨੇ 22 ਦੇ ਵਿੱਚ, ਔਰ ਇੱਥੇ ਕਿਸਾਨਾਂ ਦੀ ਪਾਰਟੀ ਜਿਹੜੀ ਵੀ ਬਣਦੀ ਹੈ ਉਹ ਜਿੱਤ ਕੇ ਜਿਹੜੀ ਹੈਗੀ ਹੈ ਅੱਗੇ ਆ ਜਾਂਦੀ ਹੈ। ਤਾਂ ਕੀ ਆਪਾਂ ਨੂੰ ਲੱਗਦਾ ਕਿ ਸਿਰਫ ਪੰਜਾਬ ਦੇ ਵਿੱਚ ਪਾਰਟੀ ਦੀ ਸੱਤਾ ਆ ਜਾਣ ਨਾਲ ਕਿਸਾਨਾਂ ਦੀ ਕੀ ਇਹ ਮਸਲਾ ਹੱਲ ਹੋ ਜਾਏਗਾ? ਤਿੰਨੋਂ ਕਾਲੇ ਕਾਨੂੰਨ ਵਾਪਸ ਹੋ ਜਾਣਗੇ, ਨਵਾਂ MSP ਵਾਲਾ ਕਾਨੂੰਨ ਬਣ ਜਾਏਗਾ? ਨਹੀਂ ਬਣੇਗਾ। ਸੋ ਇਸ ਕਰਕੇ ਕਿਸਾਨਾਂ ਨੂੰ ਕਾਲੀ ਨਹੀਂ ਕਰਨੀ ਚਾਹੀਦੀ। ਉਹਦਾ ਕਾਰਨ ਇਹ ਹੈ ਕਿ ਇਸ ਵੇਲੇ ਇੱਕੋ ਹੀ ਫੋਕਸ, ਜਿਵੇਂ ਬਾਕੀ ਕਿਸਾਨ, ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਜਥੇਬੰਦੀਆਂ ਕਹਿ ਰਹੀਆਂ ਨੇ ਕਿ ਇਸ ਵੇਲੇ 3 ਕਾਲੇ ਕਾਨੂੰਨ ਵਾਪਸ ਕਰਾਉਣ ਦਾ ਮਸਲਾ ਹੈ ਔਰ ਨਵਾਂ MSP ਕਾਨੂੰਨ ਲਿਆਉਣ ਦਾ ਹੈ। ਜੇਕਰ ਇਹ ਚੀਜ਼ਾਂ ਹੋ ਜਾਂਦੀਆਂ ਨੇ, ਮੰਨ ਲਓ ਇਹ ਅਗਲੇ ਦਿਨਾਂ ਦੇ ਵਿੱਚ ਕਿਸਾਨ ਇਸ ਨੂੰ ਜਿੱਤ ਲਾਉਂਦੇ ਨੇ, ਤਾਂ ਆਟੋਮੈਟਿਕਲੀ ਤੁਸੀਂ ਦੇਖੋਗੇ ਕਿ ਇਸ ਸਾਰੇ ਸਿਲਸਿਲੇ ਦੇ ਵਿੱਚੋਂ ਇੱਕ ਨਵਾਂ ਉਭਾਰ ਪੂਰੇ ਇੰਡੀਆ ਲੈਵਲ ਤੇ ਆਏਗਾ। ਇਹ ਨਹੀਂ ਕਿ ਪੰਜਾਬ ਲੈਵਲ ਤੇ। ਤੁਸੀਂ ਦੇਖੋਗੇ ਜੇਕਰ ਇਹ ਲਾਗੂ MSP ਮਤਲਬ ਲਾਗੂ ਹੁੰਦਾ ਨਵਾਂ ਕਾਨੂੰਨ, ਤਾਂ ਇਹਦਾ ਫਾਇਦਾ ਕਿਹਨੂੰ ਹੋਏਗਾ? ਇਕੱਲੇ ਪੰਜਾਬ ਨੂੰ ਤਾਂ ਹੋਏਗਾ ਨਹੀਂ, ਇਹਦੇ ਨਾਲ ਹਰਿਆਣੇ ਦਾ ਕਿਸਾਨ ਵੀ ਅੱਗੇ ਆਏਗਾ, ਇਹਦੇ ਨਾਲ UP ਦਾ, ਬਿਹਾਰ ਦਾ, ਬਾਕੀ ਕਿਸਾਨਾਂ ਨੂੰ ਇਹਦੇ ਨਾਲ ਫਾਇਦਾ ਹੋਏਗਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਇਹ ਕਾਨੂੰਨ ਬਣਾ ਲਾਂਦੇ ਨੇ ਕਿਸਾਨ ਪ੍ਰੈਸ਼ਰ ਬਣਾ ਕੇ, ਤਾਂ ਇਹਦੇ ਨਾਲ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਸਾਹਮਣੇ ਆਏਗੀ ਔਰ ਲੋਕਾਂ ਨੇ ਇਹਨਾਂ ਨੂੰ ਆਪਣੇ ਆਪ ਹੀ ਜਿਤਾ ਦੇਣਾ। ਜੇਕਰ ਇਹ ਹੀਰੋ ਬਣ ਜਾਣਗੇ ਲੋਕਾਂ ਦੇ, ਇਹ ਤੁਸੀਂ ਆਪਣੇ ਆਪ, ਬਾਕੀ ਜਿਹੜੇ ਲੀਡਰ ਨੇ ਉਹ ਪਿੱਛੇ ਰਹਿ ਜਾਣਗੇ। ਬਾਕੀ ਪਾਰਟੀਆਂ ਦੇ ਲੀਡਰ ਜਿਹੜੇ ਨੇ, ਜੇਕਰ ਵਿੱਚੋਂ ਛੱਡ ਦਿੰਦੇ ਨੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵਿੱਚੋਂ ਛੱਡ ਕੇ ਹੁਣ ਜਿਹੜੀ ਹੈਗੀ ਆ 22 ਦੇ ਵਿੱਚ ਉੱਤਰਾਖੰਡ ਦੇ ਵਿੱਚ, UP ਦੇ ਵਿੱਚ ਜਾਂ ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਨੇ, ਉੱਥੇ ਲੜ ਲਓ, ਫਿਰ ਅੱਗੇ ਆਉਣਗੀਆਂ। ਉਹਦੇ ਨਾਲ ਕੀ ਹੋਏਗਾ ਕਿ ਜਦੋਂ ਤੁਸੀਂ ਪੋਲੀਟੀਕਲ ਸਿਸਟਮ 'ਚ ਤੁਸੀਂ ਜੁੜਦੇ ਹੋ, ਉਹਦੇ ਨਾਲ ਤੁਸੀਂ ਚੋਣਾਂ ਲੜਦੇ ਹੋ, ਤਾਂ ਕੀ ਹੁੰਦਾ ਕਿ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਹੁੰਦੀਆਂ ਨੇ। ਤੁਹਾਨੂੰ ਸੰਗਠਨ ਚਾਹੀਦਾ ਹੈ, ਤੁਹਾਨੂੰ ਇੱਕ ਹੋ ਸਕਦਾ ਹੈ ਕਿ ਚੋਣ ਚਿੰਨ੍ਹ ਚਾਹੀਦਾ ਹੋਵੇ, ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣੀ ਲੋੜ ਪੈਗੀ, ਯਾਨੀ ਕਿ ਇੱਕ ਵੱਖਰਾ ਮਸਲਾ ਖੜਾ ਹੋ ਜਾਏਗਾ। ਉਹਦੇ ਨਾਲ ਕੀ ਹੋਏਗਾ ਕਿ ਫੋਕਸ ਤੁਹਾਡਾ ਬਿੱਲਾਂ ਤੋਂ ਹਟ ਕੇ ਕਿੱਥੇ ਚਲਾ ਜਾਏਗਾ ਕਿ ਤੁਸੀਂ ਸੰਗਠਨ ਬਣਾਉਣਾ ਜੀ, ਬੂਥ ਲੈਵਲ ਤੇ ਮੀਟਿੰਗਾਂ ਕਰਨੀਆਂ ਨੇ, ਤੁਸੀਂ ਹੋਰ ਸਾਰਾ ਧਿਆਨ, ਤੁਹਾਡਾ ਫੋਕਸ ਜਿਹੜਾ ਹੈਗਾ ਸ਼ਿਫਟ ਹੋ ਜਾਏਗਾ ਔਰ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਖੇਤੀ ਬਿੱਲਾਂ ਨੂੰ ਹੋ ਸਕਦਾ ਹੈ ਕਿ ਇਹ ਹੋਰ ਲਟਕ ਜਾਏ। ਇਹੀ ਸਿਆਸੀ ਪਾਰਟੀਆਂ ਇਹੀ ਚਾਹੁੰਦੀਆਂ ਨੇ, ਉਹਨਾਂ ਨੂੰ ਬਹਾਨਾ ਮਿਲ ਜਾਏਗਾ ਗੱਲ ਕਰਨ ਦਾ ਕਿ ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਕਿ ਇਹ ਪੋਲੀਟੀਕਲ ਲੋਕ ਨੇ, ਇਸ ਕਰਕੇ ਇਹਨਾਂ ਨੇ ਦੇਖੋ ਜੀ ਸਰਕਾਰਾਂ ਜਿਹੜੀਆਂ ਨੇ ਬਣਾਉਣ ਲਈ ਇਹ ਤਾਂ ਚੋਣਾਂ ਲੜਨਾ ਚਾਹੁੰਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਮੌਕਾ ਨਾ ਦਿੱਤਾ ਜਾਏ ਸਰਕਾਰ ਨੂੰ ਜਾਂ BJP ਵਾਲਿਆਂ ਨੂੰ ਜਾਂ ਬਾਕੀ ਪਾਰਟੀਆਂ ਨੂੰ, ਸਗੋਂ ਇੱਕੋ ਇੱਕ ਨਿਸ਼ਾਨਾ ਜਿਹੜਾ ਹੈਗਾ ਉਹ ਇਹੀ ਹੋਣਾ ਚਾਹੀਦਾ ਕਿ ਇਸ ਵੇਲੇ ਅਸੀਂ 3 ਕਾਲੇ ਕਾਨੂੰਨ ਵਾਪਸ ਕਰਾਉਣੇ ਨੇ। ਉਹ ਸਿਰਫ ਉਹਦੇ ਉੱਤੇ ਹੀ ਲੜਾਂਗੇ ਔਰ ਗੈਰ ਰਾਜਨੀਤਿਕ ਤੌਰ ਤੇ ਲੜਨਾ, ਇਹ ਆਪਣੇ ਆਪ 'ਚ ਇੱਕ ਵੱਡਾ ਵਧੀਆ ਨਾਰਾ ਹੈ ਕਿ ਇਹੀ ਹੋਣਾ ਚਾਹੀਦਾ ਕਿ ਅਸੀਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ, ਹੋ ਸਕਦਾ ਕਿ ਇਹ ਵੱਖਰੀ ਗੱਲ ਹੈ ਕਿ ਰਾਜਨੀਤਿਕ ਪਾਰਟੀਆਂ ਦੀ ਆਪਣੀ ਲੋੜ ਹੈ ਕਿ ਉਹ ਪਿੱਛੋਂ ਕੋਈ ਤੁਹਾਡੀ ਹੈਲਪ ਕਰ ਦੇਣ ਜਾਂ ਤੁਹਾਡੇ ਨਾਲ ਆ ਜਾਣ, ਤੁਹਾਡੀ ਸਹਾਇਤਾ, ਇਹ ਉਹਨਾਂ ਦੀ ਲੋੜ ਹੈ, ਕਿਸਾਨਾਂ ਦੀ ਲੋੜ ਨਹੀਂ ਹੈ। ਸੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਨੇ, ਉਹ ਪਿੱਛੋਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਸਪੋਰਟ ਦੇਵਾਂਗੇ ਕਿਉਂਕਿ ਉਹਨਾਂ ਦੀ ਮਜਬੂਰੀ ਸੀਗੀ। ਇਸ ਮਜਬੂਰੀ ਕਰਕੇ ਆਪਾਂ ਨੂੰ ਵੀ ਪਤਾ ਹੈ ਕਿ BJP ਔਰ ਅਕਾਲੀ ਦਲ ਦਾ ਜਿਹੜਾ ਪਿਛਲੇ 26 ਸਾਲ ਦਾ ਗੱਠਜੋੜ ਸੀਗਾ ਉਹ ਵੀ ਟੁੱਟ ਗਿਆ ਸੀਗਾ, ਉਹਨਾਂ ਨੇ ਤੋੜਤਾ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਤਾਂ ਜਿਹੜੀ ਕਿਸਾਨ ਨੇ ਇਸ ਵੇਲੇ ਜਿਹੜੇ ਨੇ ਹਾਵੀ ਹੋ ਰਹੇ ਨੇ। ਔਰ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ, ਇਹ ਕਿਸਾਨਾਂ ਦੀ ਜਿੱਤ ਹੈ। ਕਿਸਾਨ ਇਹ ਨਾ ਸਮਝਣ ਕਿ ਇਸ ਮੋਰਚੇ ਨਾਲ ਕੁਝ ਨਹੀਂ ਹੋ ਰਿਹਾ, ਇਸ ਮੋਰਚੇ ਨੇ ਬਹੁਤ ਵੱਡੀਆਂ ਪੈੜਾਂ, ਨਵੀਆਂ ਪੈੜਾਂ ਪਾਈਆਂ ਨੇ। ਔਰ ਤੁਸੀਂ ਬੰਗਾਲ ਦੇ ਵਿੱਚ ਦੇਖ ਲਓ ਕਿ ਬੰਗਾਲ ਦੇ ਵਿੱਚ ਐਡੀ ਵੱਡੀ BJP ਦੀ ਹਾਰ ਹੋਈ ਹੈ। ਸੋ ਇਸ ਕਰਕੇ BJP ਦਾ ਜਿਹੜਾ ਪੰਜਾਬ ਦੇ ਵਿੱਚ ਸਫਾਇਆ ਹੋਇਆ ਉਹ ਵੀ ਇਸੇ ਕਰਕੇ ਹੋਇਆ। ਮੇਰਾ ਕਹਿਣ ਦਾ ਮਤਲਬ ਹੈ ਕਿ ਬਹੁਤ ਵੱਡੀਆਂ ਜਿੱਤਾਂ ਇਸ ਮੋਰਚੇ ਨੇ ਜਿੱਤੀਆਂ ਨੇ। ਇੱਕ ਅੰਤਰਰਾਸ਼ਟਰੀ, ਇੰਟਰਨੈਸ਼ਨਲ ਲੈਵਲ ਤੇ ਇਸ ਮੋਰਚੇ ਦੀ ਚਰਚਾ ਹੋ ਰਹੀ ਹੈ ਔਰ ਇਸ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਹੋਰ ਮਜ਼ਬੂਤ ਤਾਂ ਹੀ ਹੋਏਗਾ ਕਿ ਜਿਹੜਾ ਹੈਗਾ ਏਕਤਾ ਤੇ ਸੰਘਰਸ਼, ਇੱਕੋ ਹੀ ਨਾਰਾ ਚਾਹੀਦਾ ਕਿ ਏਕਤਾ, ਸਾਰਿਆਂ ਦਾ ਜਿਹੜੇ ਵੱਖ-ਵੱਖ ਜਥੇਬੰਦੀਆਂ ਦੀ ਏਕਤਾ ਹੋਵੇ ਔਰ ਸੰਘਰਸ਼ ਜਿਹੜਾ ਹੈਗਾ ਅੱਗੇ ਲੈ ਕੇ ਜਾਇਆ ਜਾਵੇ। ਆਪਸ ਦੇ ਵਿੱਚ ਜਿਹੜਾ ਫਟਣਾ ਹੈ ਕਿ ਇੱਕ ਬਿਆਨ ਜਿਹੜਾ ਹੈਗਾ ਕੋਈ ਚੜੂਨੀ ਸਾਹਿਬ ਕੁਝ ਬਿਆਨ ਦੇਣ, ਦੂਜੇ ਲੀਡਰ ਕੁਝ ਬਿਆਨ ਦੇਣ, ਇਹ ਨਹੀਂ ਹੋਣਾ ਚਾਹੀਦਾ। ਸਗੋਂ ਬੈਠ ਕੇ ਜਿਹੜਾ ਹੈਗਾ ਜੋ ਸਾਂਝਾ ਫੈਸਲਾ ਹੋਏਗਾ ਸਾਂਝੇ ਸੰਘਰਸ਼ ਦੇ ਵਿੱਚ ਉਹੀ ਅੱਗੇ ਆਉਣਾ ਚਾਹੀਦਾ, ਨਾ ਕਿ ਜਿਹੜੇ ਨਿੱਜੀ ਬਿਆਨ ਹੁੰਦੇ ਨੇ ਉਹ ਨਹੀਂ ਅੱਗੇ ਆਉਣੇ ਚਾਹੀਦੇ। ਔਰ ਕਾਮਨ ਮਿਨੀਮਮ ਪ੍ਰੋਗਰਾਮ ਜਿਹੜਾ ਬਣਿਆ ਹੋਇਆ ਕਿ ਇਹ 3 ਕਾਲੇ ਕਾਨੂੰਨਾਂ ਔਰ ਨਵੇਂ ਕਾਲੇ ਜਿਹੜਾ ਹੈਗਾ ਨਵਾਂ ਇੱਕ ਕਾਨੂੰਨ ਬਣਾ ਕੇ MSP ਤੇ ਲੈ ਕੇ ਆਉਣਾ, ਇਹੀ ਫੋਕਸ ਦੇ ਵਿੱਚ ਹੋਣਾ ਚਾਹੀਦਾ, ਨਾ ਕਿ ਚੋਣਾਂ ਲੜਨਾ ਜਾਂ ਨਾ ਲੜਨਾ। ਇਹ ਬਾਅਦ ਦੇ ਮਸਲੇ ਨੇ। ਜੇ ਜਿੱਤ ਕੇ ਸਾਰਾ ਕੁਝ ਹੋਏਗਾ, ਪੰਜਾਬ ਦੇ ਵਿੱਚ ਵੀ ਸੱਤਾ ਕਿਸਾਨਾਂ ਦੀ ਬਣੇਗੀ, ਹਰਿਆਣੇ ਦੇ ਵਿੱਚ ਵੀ ਬਣੇਗੀ,
ਪੂਰੇ ਹਿੰਦੁਸਤਾਨ ਦੇ ਵਿੱਚ ਬਣੇਗੀ। ਸੋ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਹੈ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਮੈਨੂੰ ਇਜਾਜ਼ਤ ਦਿਓ ਤੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।